Hello students, welcome to my YouTube channel the VSC One Day Study Circle. So students, आज ਦੀ क्लास ਦੇ ਵਿੱਚ ਆਪਾਂ ਕਰਨ ਜਾ ਰਹੇ ਹਾਂ ਰੀਡਿੰਗ। ਸਪੈਸ਼ਲੀ ਆਪਾਂ ਰੀਡਿੰਗ ਦੇ ਵਿੱਚ ਅੱਜ ਕੌਜ਼ਸ ਤੇ ਇਫੈਕਟ ਵਾਲੀਆਂ ਬਲੈਂਕਸ ਕਰਾਂਗੇ। ਜ਼ਿਆਦਾਤਰ ਸਟੂਡੈਂਟਸ ਨੂੰ ਪ੍ਰੋਬਲਮ ਆਉਂਦੀ ਹੈ ਵੈਨ ਦੇ ਗੈਟ ਥਰੂ ਦੈਟ ਕਾਈਂਡ ਆਫ ਟਾਈਪ। ਸੋ ਅੱਜ ਦੀ ਕਲਾਸ ਦੇ ਵਿੱਚ ਆਪਾਂ ਸਿੱਖਾਂਗੇ ਕਿਵੇਂ ਰੀਡਿੰਗ ਦੇ ਵਿੱਚ ਆਪਾਂ ਕੌਜ਼ਸ ਤੇ ਇਫੈਕਟ ਵਾਲੀਆਂ ਬਲੈਂਕਸ ਨੂੰ ਫਾਈਂਡ ਆਊਟ ਕਰਨਾ ਹੁੰਦਾ ਹੈ ਆਫਟਰ ਰੀਡਿੰਗ ਦਾ ਪੈਸੇਜ ਥੋਰੋਲੀ, ਰਾਈਟ? ਸੋ ਸ਼ੈਲ ਵੀ ਸਟਾਰਟ। हाँ जी स्टूडेंट, सो देखो ये टाइप है जिंदे विच आपां नूं एक साइड के उपर एक टेबल मिलिया होया है। टेबल की लैफ्ट साइड के उपर आपां नूं कॉजेस दिते हुए ने एंड राइट साइड ते आपां कोल इफेक्ट्स ने। सो सब तो पहला इन्हां नूं परफॉर्म करने के लिए आपां ने इंस्ट्रक्शंस दे गो थ्रू होना हुंदा है। सो इंस्ट्रक्शंस रीड करते हैं। कंप्लीट द चार्ट बिलो, use no more than 3 words from the text for each answer, write your answer on lines 14 to 20 on your answer sheet। so we have a option 3 words। so 3 words ਦੇ ਵਿੱਚ ਹੀ ਆਪਾਂ ਆਨਸਰ ਲਿਖਣਾ ਹੁੰਦਾ। ਬਲੈਂਕਸ ਦੇ ਵਿੱਚ no more than 3 word, 1 2 or sometimes 3 word ਦੇ ਵਿੱਚ ਆਨਸਰ ਆਂਦਾ ਹੁੰਦਾ ਹੈ ਬਟ 4 ਜਾਂ 5 ਚ ਨਹੀਂ ਆ ਸਕਦਾ। ਸੋ ਸਟਾਰਟ ਕਰਦੇ ਆਪਾਂ ਫਸਟ ਕੁਐਸਚਨ ਦੇ ਨਾਲ। ਸਭ ਤੋਂ ਪਹਿਲਾਂ ਕੌਜ਼ ਦਾ ਮਤਲਬ ਹੁੰਦਾ ਰੀਜ਼ਨ, ਕਿ ਕਿਸੇ ਰੀਜ਼ਨ ਦੀ ਵਜ੍ਹਾ ਦੇ ਕਰਕੇ ਆਹ ਵਾਲਾ ਇਫੈਕਟ ਨਿਕਲਿਆ। ਸੋ ਸਟਾਰਟ ਕਰਦੇ ਹਾਂ। men used poles and ropes to pull down buildings near a fire। men used poles and ropes। so men ने आदमियों ने poles and ropes ਨੂੰ यूज़ किया buildings ਨੂੰ pull down ਕਰਨ ਦੇ ਲਈ, ਗਿਰਾਉਣ ਦੇ ਲਈ near a fire ਦੇ ਨੇੜੇ। ਸੋ ਇਸ ਚੀਜ਼ ਦਾ ਕੀ ਇਫੈਕਟ ਨਿਕਲਿਆ ਉਹ ਆਪਾਂ ਫਾਈਂਡ ਆਊਟ ਕਰਾਂਗੇ। the fire did not have dash। ਫਾਇਰ ਦੇ ਵਿੱਚ ਕੀ ਨਹੀਂ ਸੀ। ਸੋ ਪਹਿਲਾਂ ਆਪਾਂ ਕੌਜ਼ ਫਾਈਂਡ ਆਊਟ ਕਰਾਂਗੇ। men used poles and ropes। so this is our keyword, poles and ropes। so history of fire fighting ਆਪਾਂ ਸਟਾਰਟ ਕੀਤਾ, poles and ropes, this is our keyword। ਇੱਥੇ ਨਹੀਂ ਹੈਗਾ, ਇਹ ਆਪਾਂ ਨਹੀਂ ਮਿਲ ਰਿਹਾ। ਸੋ ਇਹ ਰਿਹਾ poles and rope। ਸੋ ਇਹਨਾਂ ਨੇ ਆਪਾਂ ਨੂੰ ਕਿਹਾ ਸੀ men used poles and ropes to pull down buildings near a fire। ਸੋ ਆਪਾਂ ਸਾਰਾ ਵਰਡ ਹੀ ਕੀਵਰਡਸ ਲੱਭਾਂਗੇ। pull down ਗਿਰਾਣਾ ਬਿਲਡਿੰਗਸ ਨੂੰ। ਸੋ ਇਹਨਾਂ ਨੇ ਆਪਾਂ ਨੂੰ ਕਿਹਾ ਹੈ watchmen also learned to create fire breaks with long hooked poles and ropes in order to pull down structures that provided fuel on a fire। ਸੋ ਇਹਦਾ ਇਫੈਕਟ ਕੀ ਸੀ, ਇਹਨਾਂ ਜਿਹੜੀਆਂ ਸਟਰਕਚਰ ਸੀ, ਜਿਹੜੀਆਂ ਬਿਲਡਿੰਗ ਸੀਗੀਆਂ, ਇਹਨਾਂ ਨੂੰ ਕਿਉਂ ਸਿੱਟਣਾ ਚਾਹੁੰਦੇ ਸੀ? ਕਿਉਂਕਿ ਜਿਹੜੀਆਂ ਬਿਲਡਿੰਗ ਸੀਗੀਆਂ ਇਹ ਫਾਇਰ ਨੂੰ ਫਿਊਲ ਪ੍ਰੋਵਾਈਡ ਕਰਦੀਆਂ ਸੀ। ਤਾਂ ਇਹਦਾ ਕੀ ਇਫੈਕਟ ਨਿਕਲੇਗਾ? men used poles and ropes to pull down buildings near a fire, the fire did not have fuel। ਇਹਦਾ ਇਫੈਕਟ ਇਹ ਨਿਕਲਿਆ ਕਿ ਫਾਇਰ ਨੂੰ ਫਿਰ ਫਿਊਲ ਨਹੀਂ ਮਿਲਿਆ, ਰਾਈਟ? ਸੋ ਇਸ ਤਰ੍ਹਾਂ ਹੀ ਚੱਲਦੇ ਆ ਸੈਕਿੰਡ ਤੇ। ਥੈਸਡ ਰੂਫ ਹਾਊਸਿਸ ਬਰਨ ਡਾਊਨ ਈਜ਼ੀਲੀ। ਜਿਹੜੇ ਹਾਊਸਿਸ ਥੈਸਡ ਰੂਫ ਦੇ ਬਣੇ ਹੁੰਦੇ ਆ ਉਹ ਜਲਦੀ ਈਜ਼ੀਲੀ ਸੜ ਜਾਂਦੇ ਆ। ਸੋ ਇਹਦਾ ਕੀ ਇਫੈਕਟ ਹੈ? ਦ ਕਿੰਗ ਆਰਡਰਡ ਪੀਪਲ ਟੂ ਡੈਸ਼ ਦੇਅਰ ਫਾਇਰਸ ਨਾਈਟਲੀ। ਦ ਕਿੰਗ ਆਰਡਰਡ ਪੀਪਲ ਟੂ ਡੈਸ਼ ਦੇਅਰ ਫਾਇਰਸ ਨਾਈਟਲੀ। ਓਕੇ, ਹੁਣ ਆਪਾਂ ਲੱਭਦੇ ਹਾਂ ਕਿੰਗ ਨੇ ਕੀ ਆਰਡਰ ਦਿੱਤਾ। ਥੈਸਡ ਰੂਫ, ਦਿਸ ਇਜ਼ ਆਰ ਕੀਵਰਡ। ਸੋ ਨੈਕਸਟ ਇੱਧਰ ਚੱਲਦੇ ਹਾਂ ਆਪਾਂ। Thatched roof houses। so अपन मिल रही है same word in 1066 in order to reduce the risk of fire in thatched roof houses, King William the Conqueror made a ruling। उन्होंने एक रूल पास किया। इन्होंने अपन कैसे the king ordered people to dash their fires। so King William the Conqueror made a ruling, citizens had to extinguish their cooking fires at night। citizens had to, इधर वो कह रहे हैं people to, the king ordered people to dash their fires nightly। citizens had to extinguish their cooking fires at night। extinguish का मतलब होता है बुझाना। so people to extinguish। उन्होंने क्या कि रात ਨੂੰ ਤੁਸੀਂ ਇਹਨਾਂ ਨੂੰ ਅੱਗ ਨੂੰ ਬੁਝਾ ਕੇ ਹੀ ਸੌਣਾ ਵਾ। ਨੈਕਸਟ ਚੱਲਦੇ ਹਾਂ ਥਰਡ ਤੇ। the time of the great fire of London the weather was dash। ਜਦੋਂ ਲੰਡਨ ਦੇ ਵਿੱਚ ਬਹੁਤ ਜ਼ਿਆਦਾ ਅੱਗ ਲੱਗੀ ਸੀ, ਦੋ ਵੈਦਰ ਮੌਸਮ ਵਾਸ ਕੀ, ਮੌਸਮ ਕਿਵੇਂ ਦਾ ਸੀ, ਡੈਸ਼। ਇਨ ਦਾ ਰਿਜ਼ਲਟ ਇਹ ਸੀ, ਪ੍ਰਭਾਵ ਕੀ ਪਿਆ? ਦ ਫਾਇਰ ਸਪਰੈਡ ਕੁਇਕਲੀ, ਕਿ ਜਿਹੜੀ ਅੱਗ ਸੀ ਬਹੁਤ ਤੇਜ਼ੀ ਦੇ ਨਾਲ ਫੈਲ ਰਹੀ ਸੀ। ਸੋ ਆਪਾਂ ਆਪਣਾ ਕੀਵਰਡ ਲੱਭਾਂਗੇ ਗ੍ਰੇਟ ਫਾਇਰ ਆਫ ਲੰਡਨ। ਸੋ ਆਪਣਾ ਲਾਸਟ ਆਨਸਰ ਐਕਸਟਿੰਗੁਇਸ਼ ਤੱਕ ਹੋ ਗਿਆ। ਦੈਨ ਆਪਾਂ ਨੈਕਸਟ ਕੀਵਰਡ ਉਸ ਤੋਂ ਨੀਚੇ ਹੀ ਜਾਵਾਂਗੇ। ਦ ਇਵੈਂਟ ਦੈਟ ਹੈ ਲਾਰਜ ਇਨਫਲੂਐਂਸ ਹਿਸਟਰੀ ਆਫ ਦ ਫਾਇਰ ਵਾਸ ਦ ਗ੍ਰੇਟ ਫਾਇਰ ਆਫ ਲੰਡਨ। ਸੋ ਆਪਾਂ ਰੀਡ ਕਰਾਂਗੇ। ਐਟ ਦ ਟਾਈਮ ਆਫ ਦ ਗ੍ਰੇਟ ਫਾਇਰ ਆਫ ਲੰਡਨ ਦ ਵੈਦਰ ਵਾਸ ਡੈਸ਼। The event that had the largest influence in the history of the firefighting was the Great Fire of London in 1666। The devastating blaze originated at the King's Bakery near the London Bridge। At the onset, Lord Mayor
Bloodworth showed little concern for the fire, assuming it would extinguish itself before he could organize a group of men to attend it. However, the summer of 1666 had been uncharacteristically hot and dry. The summer of 1666. So, इधर क्वेश्चन पे आप चलते हैं. At the time of the Great Fire of London, time. So, आप लोकेशन जा रहे हैं कि द ਸਮਰ ਆਫ 1666. ਸੋ 1666 ਦੇ ਵਿੱਚ ਹੀ ਗ੍ਰੇਟ ਫਾਇਰ ਆਫ ਲੰਡਨ ਹੋਈ ਸੀ. ਤਾਂ ਕੁਐਸਚਨ ਦੇ ਵਿੱਚ ਆਪਾਂ ਨੂੰ ਉਹਨਾਂ ਨੇ ਕਿਹਾ ਸੀ ਦ ਵੈਦਰ ਵਾਸ ਡੈਸ਼. ਤਾਂ ਜਿਹੜਾ ਉਹ ਵੈਦਰ ਸੀਗਾ ਦੈਟ ਵਾਸ ਸਮਰ. ਵੈਦਰ ਵਾਸ ਡੈਸ਼. ਦ ਸਮਰ ਆਫ 1660 had been uncharacteristically hot and dry. ਸੋ ਜਿਹੜਾ ਵੈਦਰ ਸੀ ਦੈਟ ਵਾਸ hot and dry. ਸੋ ਇਹ ਚੀਜ਼ ਕਈ ਵਾਰੀ ਆਪਾਂ ਨੂੰ ਲੱਗਦਾ ਹੁੰਦਾ ਡਾਊਟਫੁਲ ਹੈ ਨਾ. ਸੋ ਆਪਾਂ ਨੈਕਸਟ ਜਿਹੜਾ ਇਫੈਕਟ ਉਹ ਵੀ ਮੈਚ ਕਰਨਾ ਵਾ. ਦਾ ਫਾਇਰ ਸਪਰੈਡ ਕੁਇਕਲੀ. ਕਿਉਂ ਮਿਲ ਰਿਹਾ ਆਪਾਂ ਨੂੰ. ਸੋ ਆਪਾਂ ਨੈਕਸਟ ਪੜ੍ਹ ਕੇ ਦੇਖਦੇ ਹਾਂ ਕੁਇਕਲੀ ਵਰਡ ਮਿਲ ਰਿਹਾ ਇਸ ਤਰ੍ਹਾਂ ਦਾ ਕੁਝ. ਦ ਵੁਡਨ ਹਾਊਸ ਨੀਅਰ ਬਾਈ ਕੌਟ ਫਾਇਰ ਕੁਇਕਲੀ. ਕਿ ਜੋ ਵੀ ਲੱਕੜ ਦੇ ਘਰ ਉਸ ਅੱਗ ਦੇ ਨੇੜੇ ਸੀ ਉਹ ਬਹੁਤ ਜਲਦੀ ਜਲਦੀ ਅੱਗ ਨੂੰ ਫੜ ਰਹੀ ਸੀ. ਰਾਈਟ. ਸੋ ਮੂਵਿੰਗ ਟੂ ਦ ਨੈਕਸਟ ਕੁਐਸਚਨ. The mayor of London thought it would be too expensive to dash. Mayor of the London. So London ਦੇ ਮੇਅਰ ਨੇ ਸੋਚਿਆ ਕਿ ਇਹ ਬਹੁਤ ਜ਼ਿਆਦਾ ਮਹਿੰਗਾ ਹੋਊਗਾ ਕਿ ਜੇ ਆਪਾਂ ਆਹ ਕੰਮ ਕਰਾਂਗੇ. ਰਾਈਟ. ਸੋ ਆਹ ਚੀਜ਼ ਕਰਨੀ ਬਹੁਤ ਜ਼ਿਆਦਾ ਐਕਸਪੈਂਸਿਵ ਹੋਊਗੀ. ਇਨ ਦਾ ਰਿਜ਼ਲਟ ਕੀ ਸੀ. He told people not to pull down buildings in the fire's path. ਪਾਥ ਹੁੰਦਾ ਰਸਤਾ. ਅੱਗ ਦੇ ਰਸਤੇ ਦੇ ਵਿੱਚ ਆਉਣ ਵਾਲੀਆਂ. ਮੇਅਰ ਨੇ ਲੋਕਾਂ ਨੂੰ ਕਿਹਾ ਕਿ ਤੁਸੀਂ ਅੱਗ ਦੇ ਰਸਤੇ ਵਿੱਚ ਆਉਣ ਵਾਲੀਆਂ ਬਿਲਡਿੰਗਸ ਨੂੰ ਨਹੀਂ ਗਿਰਾਣਾ, ਸੁੱਟਣਾ ਨਹੀਂ ਹੈਗਾ, ਤੋੜਨਾ ਨਹੀਂ ਹੈਗਾ, ਪੁੱਲ ਡਾਊਨ. ਸੋ ਪਹਿਲਾਂ ਆਪਾਂ ਦੇਖਾਂਗੇ ਕਿ ਮੇਅਰ ਨੂੰ ਕਿਹੜੀ ਚੀਜ਼ ਲੱਗਦੀ ਸੀਗੀ ਕਿ ਬਹੁਤ ਜ਼ਿਆਦਾ ਐਕਸਪੈਂਸਿਵ ਹੋਊਗੀ. ਰਾਈਟ. ਸੋ ਆਪਾਂ ਲੋਕੇਸ਼ਨ ਤੇ ਚੱਲਦੇ ਹਾਂ. ਹੌਟ ਐਂਡ ਡਰਾਈ ਕੁਇਕਲੀ ਤੋਂ ਬਾਅਦ ਵਿਨ ਅ ਸ਼ਾਰਟ ਟਾਈਮ ਦ ਵਿੰਡ ਕੈਰੀਡ. ਮੇਅਰ ਲੱਭੀ ਆਪਾਂ ਵਰਡ. The mayor. मिल गई अपन लोकेशन. The mayor grew concerned over the cost it would involve to rebuild the city. The mayor grew concerned. Concern हुंदी चिंता. उन्हें चिंता शो की जगाई over the cost rate दे ऊपर it would involve to rebuild the city. So the mayor of London thought it would be too expensive to rebuild the city. Rebuild the city ਕਿ ਸਿਟੀ ਨੂੰ ਦੁਬਾਰਾ ਤੋਂ ਫੇਰ ਕੰਸਟਰਕਟ ਕਰਨਾ. ਇਟ ਵੁੱਡ ਬੀ ਐਕਸਪੈਂਸਿਵ. ਨੈਕਸਟ ਕੁਐਸਚਨ. ਦ ਗ੍ਰੇਟ ਫਾਇਰ ਡਿਸਟਰੋਇਡ ਮੋਸਟ ਆਫ ਲੰਡਨ. ਸੋ ਸਟੂਡੈਂਟ ਜਦੋਂ ਆਪਣੇ ਕੋਲ ਵਰਡ ਆ ਜੇ ਨਾ ਮੋਸਟ, ਸੋ ਮੋਸਟ ਦਾ ਮਤਲਬ ਹਮੇਸ਼ਾ 50 ਪਲੱਸ ਹੁੰਦਾ. ਰਾਈਟ. ਸੋ ਇਹਨਾਂ ਨੇ ਆਪਾਂ ਨੂੰ ਕਿਹਾ ਹੈ ਦ ਗ੍ਰੇਟ ਫਾਇਰ ਡਿਸਟਰੋਇਡ ਮੋਸਟ ਆਫ ਲੰਡਨ. ਸੋ ਲੰਡਨ ਦਾ ਬਹੁਤ ਸਾਰਾ ਹਿੱਸਾ ਜਿਹੜਾ ਸੀ ਫਾਇਰ ਨੇ ਡਿਸਟਰੋਏ ਕਰਤਾ, ਤਬਾਹ ਕਰਤਾ. ਤਾਂ ਇਹਦੇ ਨਾਲ ਕੀ ਇਫੈਕਟ ਨਿਕਲਿਆ. People built new buildings out of dash. ਲੋਕਾਂ ਨੇ ਨਵੀਆਂ ਬਿਲਡਿੰਗਸ ਇੰਡੀਆ ਬਣਾਈਆਂ. ਆਊਟ ਆਫ ਕਿਸ ਚੀਜ਼ ਦੇ ਬਾਹਰ ਬਣਾਉਣਾ ਜਾਂ ਕਿਸੇ ਚੀਜ਼ ਦੀਆਂ ਬਣਾਉਣਾ. ਰਾਈਟ. ਸੋ ਸਭ ਤੋਂ ਪਹਿਲਾਂ ਆਪਾਂ ਕੀਵਰਡ ਲੱਭਾਂਗੇ ਦ ਗ੍ਰੇਟ ਫਾਇਰ ਡਿਸਟਰੋਇਡ ਮੋਸਟ ਆਫ ਲੰਡਨ. ਸੋ ਚਲਦੇ ਹਾਂ ਆਪਾਂ ਆਪਣੀ ਲੋਕੇਸ਼ਨ ਤੇ. ਸੋ ਇੱਥੇ ਤੱਕ ਆਪਣੀ ਫਰਸਟ ਉਸ ਤੋਂ ਉੱਪਰ ਵਾਲਾ ਕੁਐਸਚਨ ਹੋ ਗਿਆ ਸੀ. ਦੈਨ ਆਪਾਂ ਚਲਦੇ ਹਾਂ ਕਿ ਉਹਨੇ ਬਹੁਤ ਸਾਰੇ ਹਿੱਸੇ ਨੂੰ ਡਿਸਟਰੋਏ ਕੀਤਾ. When it became clear that 4/5 of the city had been destroyed by the fire. 4/5 of the city. 4/5 मतलब 60%. So 50% तो ज़्यादा हो गया ना. So देखो the Great Fire destroyed most of London. So Great Fire destroyed 4/5 of the city. तो in the result की निकलिया people built new buildings out of dash. आप देखिए new buildings destroyed the fire. Drastic measures were taken in London to create a system of organized fire prevention at the hands of architects such as Christopher Wren. Most of London was rebuilt using stone and brick. Using stone and brick. So ਇਹਨਾਂ ਨੇ ਆਪਾਂ ਨੂੰ ਕਿਹਾ people built new buildings out of dash. So new buildings ਕਾਦੇ ਬਣਾਈ ਹੈ. ਰੀਬਿਲਡ ਕਰਨਾ, ਦੁਬਾਰਾ ਤੋਂ ਬਣਾਉਣਾ. ਕਾਦੇ ਨਾਲ ਬਣਾਇਆ ਉਹਨਾਂ ਨੇ. out of stone and brick. So answer would be stone and brick. Moving to the next question. There had been many dash in London over time. ਸਮੇਂ ਦੇ ਨਾਲ there had been many dash in London. ਲੰਡਨ ਦੇ ਵਿੱਚ ਬਹੁਤ ਸਾਰੇ ਕੀ ਸੀ ਜਿੰਦਾ ਪ੍ਰਭਾਵ ਆ ਨਿਕਲਿਆ ਸੀ. People started to buy insurance to protect their home. ਆਪਣੇ ਘਰਾਂ ਨੂੰ ਬਚਾਉਣ ਦੇ ਲਈ ਲੋਕਾਂ ਨੇ ਇੰਸ਼ੋਰੈਂਸ ਲੈਣਾ ਸ਼ੁਰੂ ਕਰਤਾ. ਕੀ ਹੋਇਆ ਓਵਰ ਟਾਈਮ. ਸੋ ਚਲਦੇ ਆਪਾਂ ਲੋਕੇਸ਼ਨ ਤੇ. ਬ੍ਰਿਕ ਆਫ ਟਾਈਮ ਤੋਂ ਬਾਅਦ ਆਪਾਂ ਚਲਦੇ ਹਾਂ. ਇੰਸ਼ੋਰੈਂਸ ਵਰਡ ਪਹਿਲਾਂ ਆਪਾਂ ਲੱਭਦੇ ਹਾਂ. ਸੋ ਆਪਾਂ ਨੂੰ ਵਰਡ ਮਿਲ ਗਿਆ ਇੰਸ਼ੋਰੈਂਸ. ਸੋ ਦੇਖੀਏ ਆਪਾਂ ਥੋੜਾ ਉੱਪਰ ਪੜ੍ਹਦੇ ਹਾਂ. ਬਿਕੋਜ਼ ਆਫ ਦ ਲੌਂਗ ਹਿਸਟਰੀ ਆਫ ਫਾਇਰਸ ਇਨ ਲੰਡਨ
those who could afford to build new homes and businesses began to seek insurance for their properties, ਆਪਣੀਆਂ properties ਦੇ ਲਈ। ਸੋ property ਉਹਨਾਂ ਦੀ ਕੀ ਸੀ, new home and businesses। ਤਾਂ ਲੋਕਾਂ ਨੇ ਇੰਸ਼ੋਰੈਂਸ ਲੈਣਾ ਸ਼ੁਰੂ ਕਰਤਾ, ਕਿਉਂ? ਬਿਕੋਜ਼ ਆਫ ਦ ਲੌਂਗ ਹਿਸਟਰੀ ਆਫ ਫਾਇਰਸ ਇਨ ਲੰਡਨ। ਲੌਂਗ ਹਿਸਟਰੀ, ਇਤਿਹਾਸਿਕ, ਬਹੁਤ ਮਤਲਬ ਪੁਰਾਣੇ ਜ਼ਮਾਨੇ ਤੋਂ ਲੰਡਨ ਦੇ ਵਿੱਚ ਫਾਇਰਸ ਹੁੰਦੀਆਂ ਸੀਗੀਆਂ। ਸੋ ਆਪਾਂ ਪਹਿਲਾਂ ਕੁਐਸਚਨ ਤੇ ਚੱਲਦੇ ਹਾਂ। There had been many dash in London over time, ਸਮੇਂ ਦੇ ਨਾਲ ਨਾਲ ਜਿਵੇਂ ਜਿਵੇਂ ਸਮਾਂ ਲੰਘਦਾ ਗਿਆ ਕੀ ਸੀ ਉੱਥੇ, fires। There had been many fires in London over time, ਸੋ ਲੋਕਾਂ ਨੇ ਆਪਣੇ ਹੋਮਸ ਨੂੰ ਪ੍ਰੋਟੈਕਟ ਕਰਨ ਦੇ ਲਈ ਇੰਸ਼ੋਰੈਂਸ ਲਿਆ। ਸੋ ਸੇਮ ਆਪਾਂ ਨੂੰ ਉਧਰ ਲੋਕੇਸ਼ਨ ਮਿਲ ਰਹੀ ਹੈ। Because of the long history of fire in London, those who could afford to build new homes and businesses began to seek ਦਾ ਮਤਲਬ ਰਿਸਰਚ ਕਰਨਾ, insurance for their properties। So moving to the last question। Insurance companies did not want to pay for rebuilding clients' house destroyed by fire। ਜਿਹੜੀ ਇੰਸ਼ੋਰੈਂਸ ਕੰਪਨੀ ਸੀਗੀਆਂ ਉਹ ਜਿਹੜੀਆਂ ਘਰਾਂ ਨੂੰ ਜਿਹੜੇ ਕਲਾਇੰਟਸ ਦੇ ਘਰਾਂ ਨੂੰ ਰੀਬਿਲਡ ਬਣਾਇਆ ਹੋਇਆ ਸੀ, ਜਿਹੜੇ ਕਿ ਅੱਗ ਕਰਕੇ ਖਰਾਬ ਹੋ ਗਏ ਸੀ, ਉਹਨਾਂ ਨੂੰ ਪੇ ਨਹੀਂ ਸੀ ਕਰਨਾ ਚਾਹੁੰਦਾ। ਤਾਂ ਇਹਦਾ ਇਫੈਕਟ ਕੀ ਨਿਕਲਿਆ, ਇੰਸ਼ੋਰੈਂਸ ਕੰਪਨੀਜ਼ ਹਾਇਰਡ ਮੈਨ ਟੂ ਡੈਸ਼। ਹਾਇਰ ਕਰਨਾ ਜਾਂ ਆਪਾਂ ਕਹਿੰਦੇ ਹਾਂ ਕਿ ਰੈਂਟ ਤੇ ਲੈਣਾ, ਰਾਈਟ, ਪੇਡ ਜਿਵੇਂ ਆਪਾਂ ਕਹਿ ਦਿੰਦੇ ਆ। ਇੰਸ਼ੋਰੈਂਸ ਕੰਪਨੀਜ਼ ਹਾਇਰਡ ਮੈਨ ਟੂ ਡੈਸ਼, ਉਹਨਾਂ ਨੇ ਕਾਹਦੇ ਲਈ ਮੈਨ ਨੂੰ ਹਾਇਰ ਕੀਤਾ। ਸੋ ਸਭ ਤੋਂ ਪਹਿਲਾਂ ਆਪਾਂ ਲੱਭਦੇ ਹਾਂ ਉਹਨਾਂ ਨੇ ਇਹਨਾਂ ਨੂੰ ਦੇਣਾ ਮਨਾ ਕਰਤਾ। ਇੰਸ਼ੋਰੈਂਸ became profitable business companies soon realized the monetary benefit of hiring men to extinguish fire। ਦੇਖੋ ਇੱਥੋਂ ਪੜ੍ਹਦੇ ਦੁਬਾਰਾ। as insurance became profitable businesses, companies soon realized the monetary benefit, monetary ਹੁੰਦਾ money ਨਾਲ related benefit of hiring men to extinguish fire। in the early years of insurance companies, all insured properties were marked with an insurance company's name and logo। If a fire broke out and a building did not contain the insurance mark, the fire brigade were called away and the building was left to burn। So ਇਹਨਾਂ ਨੇ ਆਪਾਂ ਨੂੰ ਕਿਹਾ the companies hire men to dash। companies ਕਿਸ ਵਾਸਤੇ men ਨੂੰ ਰੱਖਦੇ ਸੀਗੇ? ਸੋ ਆਪਾਂ ਲੋਕੇਸ਼ਨ ਤੇ ਜਾ ਰਹੇ ਹਾਂ ਕਿ ਹਾਇਰ ਕਰਦੇ ਸੀ men to extinguish fire। extinguish ਦਾ ਮਤਲਬ ਮੈਂ ਦੁਬਾਰਾ ਦੱਸ ਰਹੀ ਹਾਂ, ਬੁਝਾਉਣ ਦੇ ਲਈ। ਸੋ ਇੱਥੇ ਆਨਸਰ ਕੀ ਆ ਜਾਊਗਾ, extinguish fire। So in this way we can perform the blanks related to cause and effect। ਸੋ ਸਟੂਡੈਂਟ ਇਸੇ ਤਰ੍ਹਾਂ ਹੀ ਤੁਸੀਂ ਇਹਨਾਂ ਦੱਸੇ ਹੋਏ ਟਿਪਸ ਐਂਡ ਟ੍ਰਿਕਸ ਦੇ ਥਰੂ ਰੀਡਿੰਗ ਦੀਆਂ ਬਲੈਂਕਸ ਨੂੰ ਸਪੈਸ਼ਲੀ ਜਦੋਂ ਕਾਜ਼ਸ ਐਂਡ ਇਫੈਕਟ ਦਿੱਤੇ ਹੁੰਦੇ ਆ ਉਹਨਾਂ ਨੂੰ ਪਰਫਾਰਮ ਕਰਨ ਦੀ ਪ੍ਰੈਕਟਿਸ ਕਰੋ। ਹੌਲੀ ਹੌਲੀ ਸਲੋ ਐਂਡ ਸਟੱਡੀ ਵਿਨਸ ਦਾ ਰੇਸ। ਹੌਲੀ ਹੌਲੀ ਪ੍ਰੈਕਟਿਸ ਦੇ ਨਾਲ ਤੁਸੀਂ ਇਹਨਾਂ ਚੀਜ਼ਾਂ ਨੂੰ ਓਵਰਕਮ ਕਰ ਪਾਓਗੇ, ਪ੍ਰੋਬਲਮ ਨੂੰ ਓਵਰਕਮ ਕਰ ਪਾਓਗੇ। ਸੋ ਇਸੇ ਤਰ੍ਹਾਂ ਦੀਆਂ ਹੀ ਵੀਡੀਓਜ਼ ਨੂੰ ਹੋਰ ਲੈਣ ਦੇ ਲਈ, ਮੈਨੂੰ ਇਨਕਰੇਜ ਐਂਡ ਮੋਟੀਵੇਟ ਕਰਨ ਦੇ ਲਈ ਮੇਰੇ YouTube ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਐਂਡ ਡੋਂਟ ਫੋਰਗੇਟ ਟੂ ਲਾਈਕ ਐਂਡ ਕਮੈਂਟ। ਥੈਂਕ ਯੂ ਸੋ ਮਚ।